ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਆਪ ਸਾਰੇ ਹੀ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ ਅਵਤਾਰ ਧਾਰਿਆ, ਆਪਣਾ ਆਪ ਪ੍ਰਕਾਸ਼ ਕੀਤਾ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਰਹੇ ਹੋ। ਕਲਗੀਧਰ ਦਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ 8ਵੀਂ ਰਾਸ ਪ੍ਰਾਰੰਭ ਹੈ। ਕੱਲ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ। ਭਾਈ ਬਿਧੀ ਚੰਦ ਜੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਕਹਿ ਕੇ ਨਿਵਾਜਿਆ। ਗੁਰੂ ਸਾਹਿਬ ਜੀ ਨੇ ਪੰਚਮ ਪਿਤਾ ਜੀ ਦੀ ਸ਼ਰਨ ਵਿੱਚ ਆਏ ਸਨ, ਸਿੱਖੀ ਪ੍ਰਾਪਤ ਕੀਤੀ। ਔਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਸਿੱਖਾ ਤੂੰ ਕੀ ਕੰਮ ਕਰਦਾ ਹੈ, ਕਹਿੰਦੇ ਮਹਾਰਾਜ ਅੱਜ ਤੱਕ ਤਾਂ ਮੈਂ ਚੋਰੀਆਂ ਕਰਦਾ ਰਿਹਾ। ਸੱਚ ਕਹਿ ਦਿੱਤਾ। ਗੁਰੂ ਸਾਹਿਬ ਜੀ ਨੇ ਕਿਹਾ ਗਰੀਬ ਮਾਰੀ ਨਹੀਂ ਕਰਨੀ, ਪਰਉਪਕਾਰ ਵਾਸਤੇ ਤੂੰ ਆ ਕੰਮ ਕਰ ਸਕਦਾ ਹੈ। ਸੋ ਇਹ ਸਾਰੀ ਵਾਰਤਾ ਮਾਤਾ ਨਾਨਕੀ ਜੀ ਨੂੰ ਸੁਣਾ ਰਹੇ ਹਨ ਭਾਈ ਬਿਧੀ ਚੰਦ ਜੀ ਕਿ ਅਧਿਆਦਕ ਬਹੁਬਾਰ ਮੈਂ ਹਿਤ ਪਰ ਉਪਕਾਰਾ। ਬਹੁਤ ਵਾਰੀ ਮੈਂ ਪਰਉਪਕਾਰ ਵਾਸਤੇ, ਇੱਕ ਵਾਰੀ ਬ੍ਰਾਹਮਣ ਦੀ ਲੜਕੀ ਦਾ ਵਿਵਾਹ ਸੀ, 500 ਰੁਪਈਏ ਚਾਹੀਦੇ ਸਨ। ਉਹ 500 ਰੁਪਈਏ ਕਿਧਰੋਂ ਚੁਰਾ ਕੇ ਲਿਆ ਕੇ ਉਸ ਬ੍ਰਾਹਮਣ ਨੂੰ ਦਿੱਤੇ। ਉਸਨੇ ਆਪਣੀ ਲੜਕੀ ਦਾ ਵਿਵਾਹ ਕੀਤਾ। ਸੋ ਇਤਿਆਦਿਕ ਬਹੁਬਾਰ ਮੈਂ ਹਿਤ ਪਰ ਉਪਕਾਰਾ, ਦਰਬ ਚੁਰਾਏ ਕਰ ਆਨ ਹੋ ਨਹਿ ਅੰਗੀਕਾਰਾ। ਪਰ ਅੰਗੀਕਾਰ ਮੈਂ ਨਹੀਂ ਕੀਤਾ, ਆਪਣੇ ਲਈ ਨਹੀਂ ਵਰਤਿਆ, ਪਰਉਪਕਾਰ ਲਈ ਮੈਂ ਚੋਰੀ ਕੀਤੀ ਹੈ। ਇਹ ਸੁਣ ਕੇ ਮਾਤਾ ਨਾਨਕੀ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਿਲ ਸਤਿਕਾਰਯੋਗ ਮਾਤਾ ਨਾਨਕੀ ਜੀ ਬੜੇ ਹੈਰਾਨ ਹੋਏ। ਕਿਹਾ ਕਿ ਬਿਧੀ ਚੰਦ ਤੂੰ ਬਹੁਤ ਚਤੁਰ ਚਲਾਕ ਸਿਆਣਾ ਹੈ। ਗੁਰੂ ਸਾਹਿਬ ਦੀ ਪ੍ਰਸੰਨਤਾ ਵਾਸਤੇ ਤੂੰ ਸ਼ਾਹਜਹਾਂ ਬਾਦਸ਼ਾਹ ਦੇ ਕੋਲੋਂ ਘੋੜੇ ਲਿਆਂਦੇ, ਹੋਰ ਵੀ ਬਹੁਤ ਕੰਮ ਕੀਤੇ। ਤੂੰ ਬੜਾ ਬਲੀ ਚਤੁਰ ਸਿਆਣਾ ਹੈ। ਗੁਰੂ ਸਾਹਿਬ ਜੀ ਦੇ ਸੁਣਦਿਆਂ ਮਾਤਾ ਨਾਨਕੀ ਜੀ ਨੇ ਕਿਹਾ ਬਿਧੀ ਚੰਦ ਤੂੰ ਸਾਡੇ ਲਈ ਵੀ ਇੱਕ ਕੰਮ ਕਰ ਦੇ, ਸਾਡਾ ਵੀ ਇੱਕ ਕੰਮ ਕਰ ਦੇ। ਜੋ ਬਾਦਸ਼ਾਹ ਦੀਆਂ ਬੇਗਮਾਂ ਹਨ ਉਹਨਾਂ ਦੇ ਜੋ ਉੱਤਮ ਕੀਮਤੀ ਗਹਿਣੇ ਹਨ ਉਹ ਲਿਆ ਕੇ ਦੇ। ਕਹਿੰਦਾ ਇਹ ਕੋਈ ਵੱਡੀ ਗੱਲ ਨਹੀਂ ਮਾਤਾ ਜੀ, ਮੈਂ ਹੁਣੇ ਲਿਆਉਂਦਾ। ਆਪ ਆਸ਼ੀਰਵਾਦ ਦਿਓ, ਆਪ ਜੀ ਦੀ ਪ੍ਰਸੰਨਤਾ ਲਈ ਮੈਂ ਕੁਝ ਵੀ ਕਰ ਸਕਦਾ। ਕੋਈ ਵਿਖਮ ਥਾਨ ਹੋਵੇ, ਕਿੰਨਾ ਵੀ ਸਖਤ ਤੋਂ ਸਖਤ ਪੈਰਾ ਹੋਵੇ, ਮੈਂ ਆਪ ਜੀ ਵਾਸਤੇ ਲਿਆਵਾਂਗਾ, ਆਪ ਆਗਿਆ ਦਿਓ। ਸੋ ਆਗਿਆ ਦੇ ਦਿੱਤੀ ਕਿ ਜਾ ਤੇਰਾ ਸਰੀਰ ਸੁਖੀ ਰਹੇ, ਸਾਰੇ ਵਿਘਨ ਬਾਧੇ ਦੂਰ ਹੋਣਗੇ, ਤੈਨੂੰ ਗੁਰਸਿੱਖੀ ਪ੍ਰਾਪਤ ਹੋਵੇ। ਇਹ ਸੁਣ ਕੇ ਹੁਣ ਅੱਗੇ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਸੋ ਆਪਾਂ ਸਾਵਧਾਨ ਇਕਾਗਰਚਿਤ ਹੋ ਕੇ ਸਰਵਣ ਕਰੀਏ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ।
गुर कै चरण हृदय लै धारों, गुर पार ब्रह्म सदा नमस्कारों। सतगुरां दे पवित्र चरना कमलों नूं हिरदे विच वसाउंदे होए रसना पवित्र करिए। सारे माई भाई गाज बज के आखिए सतनाम श्री वाहेगुरु जी। फिर सारे गज के आखिए सतनाम श्री वाहेगुरु जी। दोहरा लेकर आसिख मात ते गुर रजाए को पाए। सो साध संगत जी कवियां दे सिरमौर चूड़ामन कवि भाई साहब भाई संतोख सिंह जी अगली कथा वर्णन कर रहे हैं। भाई विधि चंद जी माता नानकी जी तो आशीर्वाद लैके ते सतगुरु हरगोबिंद साहब महाराज जी दा हुक्म पाके लवपुर के सन्मुख चलियो श्री नानक को ध्याए। जगत गुरु श्री गुरु नानक पातशाह जी दे चरना दा ध्यान धार के लाहौर दिशा वल मुंह करके चल पए। निशानी छंद गमन्यो मार्ग काज हित तट आए विपासा। माता नानकी जी दा काम करन वास्ते चलदे होए भाई विधि चंद जी ब्यासा दरिया दे कंडे आए। होते काट पर लोक तह बुझियो तिन पासा। घाट दे ऊपर दरिया दे घाट ऊपर बहुत सारे लोग सन। उन्हां पासों भाई विधि चंद जी ने पूछया गोविंदवाल समीप एहो डेरा किन काला। गोविंदवाल साहब दे नेड़े किसने डेरा पाया है। लागत है तंबू अब है जह शोभ विशाला। जिसदी बड़ी शोभा है ऐसे तंबू कनातां लग रही हन। करयो बतावन तिनो तब हजरत की दारा। लोकां ने जो घाट ते मौजूद सन उन्हां ने भाई विधि चंद जी नूं दस्सिया कि बादशाह दीयां बेगमां आ रही हन। उन्हां दे ठहरन वास्ते पड़ा करन वास्ते तंबू ते कनातां लग रही हन। बेग मात आगवन पाते सिवर उतारा। बेगमां बादशाह दियां आ रही हन उन्हां दा उतारा करना है इत्थे। अब लौने प्रापत पई आवत है पाछे। हुण तक बेगमां आईयां नहीं पिछों आ रही हन। प्यारे पूरब ही करत थल शोधत आछे। सारी थां सुधार करके तंबू कनातां लगवा रहे हैं तैयारी करा रहे हैं। सुन हरख्यो परख्यो तब कारज बन आवे। ये सुन करके भाई विधि चंद जी बड़े प्रसन्न होए। परखिया कि हुण सतगुरां ने आपे कम बना लिया। जिसका कार्य तिन्ही किया मानस क्या बेचारा राम। हुण काम सुखैन ही बन जावेगा। बेगमपुर ते वह रही निक निक विध पावे। नीकी विध पावे वो बेगमां अजे नगर तो बाहर ही हन। वो अजे चलियां नहीं हन इधर तैयारी हो रही है। गयो तहां कर घात को दिन टारन कीना। घाट ते ही भाई विधि चंद जी रोक करके दाव काव विचारते रहे। दिन बतीत कीता दिन टालना कीता। राव अस्त्यो फैलियो तिमर निश्चंद बिहीना। जदों सूरज अस्त हो गया हनेरा छा गया चंद्रमा तो बिना हनेरा हो गया। बेकद दाव विचार तो बेगम टिक जाने। और भाई विधि चंद जी मन च विचारा कर रहे हैं बेगमां दे कोल किवें जाइए। खरे पाहरू चौं दिसन बन कर सावधाने। चार चुफेरे सावधान होके मुस्तैद होके शस्त्र धारी पहरू खड़े हन। न प्रवेश विच हो सकै अवकाश न पावे। ते इधर मुस्तैद होके खड़े हन शस्त्र लेके कोई प्रवेश ना कर सके। मौका किसी नूं नहीं देना प्रवेश करन दा। आपस में बोलत रहे एक दूते जगावे। आपस च तुरक सारे बोलते रहे एक दूजे नूं जगाउंदे हन। एक सौंदा एक जागदा है। ਜਿਹੜੇ ਜਾਗਦੇ ਹਨ ਉਹ ਮੁਸਤੈਦ ਹੋ ਕੇ ਪਹਿਰਾ ਦਿੰਦੇ ਹਨ ਬਾਕੀ ਸੌਂਦੇ ਹਨ। ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਉਹ ਜਾਗਣ ਵਾਲੇ ਪਹਿਰੇਦਾਰ ਜਾਂਦੇ ਹਨ
ਜਾਗ ਕਰਕੇ ਪਹਿਰਾ ਦੇਣ ਲੱਗ ਪੈਂਦੇ ਹਨ। ਤਰਾਸ ਪਾਏ ਤਸ ਕਰਨ ਕੋ ਗਹਿ ਸਿਪਰ ਕਿਰਪਾਨਾ। ਔਰ ਚੋਰਾਂ ਦਾ ਡਰ ਪਾ ਕਰਕੇ ਢਾਲ ਕਿਰਪਾਨ ਲੈ ਕਰਕੇ ਮੁਸਤੈਦ ਖੜੇ ਹਨ। ਹਰੇ ਰਹੇ ਚੌਦਿਸਨ ਪਟ ਨਹਿ ਆਲਸ ਠਾਨਾ। ਸੂਰਮੇ ਜਿਹੜੇ ਹਨ ਤੁਰਕ, ਉਹ ਬੇਗਮਾਂ ਦੀ ਰਖਵਾਲੀ ਸੁਰੱਖਿਆ ਵਾਸਤੇ ਬਿਨਾਂ ਆਲਸ ਤੋਂ ਮੁਸਤੈਦ ਹੋ ਕੇ ਖੜੇ ਹਨ। ਰਹਿਓ ਤਕਾਵਤ ਦਾਵ ਕੋ ਅਵਕਾਸ ਨਿਹਾਰੈ। ਇੱਧਰ ਭਾਈ ਬਿਧੀ ਚੰਦ ਜੀ ਮੌਕਾ ਦੇਖਦੇ ਰਹੇ, ਦਾਵ ਕਾਵ ਵਿਚਾਰਦੇ ਰਹੇ ਬੇਗਮਾਂ ਦੇ ਨਜ਼ਦੀਕ ਜਾਣ ਦਾ। ਬੇਗਮ ਲਗ ਪਹੁੰਚਿਓ ਨਾ ਕਿਮ ਬਿਦ ਅਧਿਕ ਵਿਚਾਰੈ। ਔਰ ਬਹੁਤ ਵਿਧੀ ਦੇ ਨਾਲ ਵਿਚਾਰਦੇ ਹਨ ਕਿ ਬੇਗਮਾਂ ਤੱਕ ਪਹੁੰਚਿਆ ਨਹੀਂ ਜਾਣਾ। ऐसी कोई विधि विचारिए जिस करके सुखैन ही बेगमा तक पहुंच जाइए और अपना काम पूरा करके वापस मुड़ चलिए। तीन पहर बीती निशा सब जाग परे हैं। 3 पहर रात बतीत हो गई, सारे जाग पए हन। चलन पंथ बिन कामते होए त्यार खरे हैं। बेगमा ने विचारिया कि धुप चढ़ जानी है, इस करके ठंडे ठंडे ਅਸੀਂ ਚੱਲ ਪਈਏ, ਇਉਂ ਤਿਆਰੀ ਕਰਵਾਈ। ਬੇਗਮ ਜਾਗੀ ਤਿਸੀ ਛਨ ਕੀ ਨਸ ਨਿਜ ਤਿਆਰੀ। ਸਾਰੀਆਂ ਬੇਗਮਾਂ ਜਾਗ ਪਈਆਂ, ਤਿਆਰੀ ਕਰਵਾਈ। ਹੱਥ ਨੇ ਤੁੰਗ ਬਿਲੰਦ ਇੱਕ ਤਿਸ ਪਰ ਅੰਬਾਰੀ। ਇੱਕ ਬਹੁਤ ਵੱਡੀ ਉੱਚੀ ਹਥਨੀ ਮੰਗਵਾਈ, ਜੋ ਜਿਸ ਦੇ ਉੱਪਰ ਸੋਹਣੀ ਅੰਬਾਰੀ ਲਗਾਈ ਹੋਈ ਹੈ। ਕੰਚਨ ਕੀ ਦਮਕਤ ਮਹਦ ਨਗ ਜਰੇ ਵਿਸਾਲੇ। ਔਰ ਅੰਬਾਰੀ ਵਿੱਚ ਨਗ ਹੀਰੇ ਆਦਿਕ ਜੜੇ ਹੋਏ ਹਨ, ਸੋਨੇ ਦੀ ਚਿੱਤਰਕਾਰੀ ਕੀਤੀ ਹੋਈ ਜੋ ਬਹੁਤ ਚਮਕ ਰਹੇ ਹਨ। ਜੜੀ ਸਤਾਰਨ ਤੇ ਅਧਿਕ ਸੁੰਦਰ ਸੁਭ ਢਾਲੇ। ਚੰਗੀ ਤਰ੍ਹਾਂ ਜਰੀਦਾਰ ਸਤਾਰਾਂ ਦੇ ਨਾਲ ਸਜਾਈ ਹੋਈ ਅੰਬਾਰੀ ਹੈ। ਬੇਗਮ ਹੁਤੇ ਅਰੂਢ ਨੇ ਸੋ ਨਿਕਟ ਮੰਗਾਈ। ਬੇਗਮਾਂ ਦੇ ਹਥਨੀ ਉੱਪਰ ਚੜਨ ਵਾਸਤੇ ਉਹ ਹਥਨੀ ਮੰਗਾਈ ਗਈ। ਸੰਪੁਟ ਮਹਜੇ ਵਰ ਤਰੇ ਦਿਨ ਮਹਿ ਤਨ ਪਾਈ। ਦਿਨ ਵਿੱਚ ਬੇਗਮਾਂ ਨੇ ਜੋ ਗਹਿਣੇ ਪਾਏ ਸਨ ਉਹ ਲਾ ਕਰਕੇ ਸੰਪੁਟ ਡੱਬੇ ਵਿੱਚ, ਸੋਨੇ ਦੇ ਡੱਬੇ ਵਿੱਚ ਸਾਰੇ ਗਹਿਣੇ ਰੱਖ ਦਿੱਤੇ। ਹਾਲਤ ਚਾਲਤ ਪੰਥ ਮਹਿ ਯਾ ਤੇ ਸੋ ਉਤਾਰੇ। ਰਾਹ ਵਿੱਚ ਚਲਦਿਆਂ ਗਹਿਣੇ ਹਿੱਲਣਗੇ, ਕੰਨ ਦੀਆਂ ਬਾਲੀਆਂ ਹੋਰ ਗਹਿਣੇ ਹਾਰ ਆਦਿਕ ਹਿੱਲਣਗੇ, ਇਸ ਲਈ ਉਤਾਰ ਕੇ ਡੱਬੇ ਵਿੱਚ ਰੱਖ ਦਿੱਤੇ। ਹੀਰੇ ਮੁਕਤਾ ਗੁੱਛ ਵੱਡ ਜਿਨ ਮੂਲ ਉਦਾਰੇ। ਹੀਰੇ ਮੋਤੀਆਂ ਦੇ ਗੁੱਛੇ ਜਿਨ੍ਹਾਂ ਦੇ ਬਹੁਤ ਕੀਮਤੀ ਹਨ, ਬਹੁਤ ਮੁੱਲ ਹੈ ਜਿਸ ਦਾ। ਸੰਪੁਟ ਹੁਤੋ ਵਿਸਾਲ ਹੀ ਕੰਕਨ ਕੋ ਚਾਰੂ। ਇਹ ਡੱਬਾ ਵੀ ਵੱਡਾ ਸੀ ਔਰ ਸੋਨੇ ਦਾ ਬੜਾ ਸੁੰਦਰ ਸੀ। ਭਰ ਕਰ ਦਾਸੀ ਹਾਥ ਦੇ ਬੇਗਮ ਅਸਵਾਰੂ। ਉਸ ਸੋਨੇ ਦੇ ਵੱਡੇ ਡੱਬੇ ਵਿੱਚ ਸਾਰੇ ਗਹਿਣੇ ਲਾ ਕਰਕੇ ਰੱਖ ਦਿੱਤੇ ਔਰ ਦਾਸੀ ਦੇ ਹੱਥ ਫੜਾਇਆ। ਛੱਡ ਹਥਨੀ ਪਰ ਸੋਲਿਓ ਉਰ ਤਰੂ ਰਾਖਾ। ਔਰ ਬੇਗਮਾਂ ਨੇ ਹਥਨੀ ਉੱਪਰ ਚੜ ਕੇ ਦਾਸੀ ਦੇ ਹੱਥੋਂ ਗਹਿਣਿਆਂ ਦਾ ਡੱਬਾ ਲੈ ਲਿਆ, ਪੱਟਾਂ ਦੇ ਹੇਠ ਰੱਖ ਲਿਆ। ਵਿਧੀ ਚੰਦ ਮਿਲ ਨਰਨ ਮੈਂ ਪਿਕ ਧਰ ਅਬਲਾਖਾ। ਭਾਈ ਵਿਧੀ ਚੰਦ ਜੀ ਇਹ ਲੋਕਾਂ ਵਿੱਚ, ਤੁਰਕਾਂ ਵਿੱਚ ਮਿਲ ਕਰਕੇ ਦੇਖ ਕਰਕੇ ਉਹ ਡੱਬਾ ਲੈਣ ਦੀ ਅਬਲਾਖਾ ਕਰਨ ਲੱਗੇ। ਸਭ ਇਕੱਤਰ ਜੇ ਵਰ ਲਖੇ ਹਰ ਕਿਉ ਬੁੱਧਵਾਨਾ। ਬੁੱਧੀਵਾਨ ਭਾਈ ਵਿਧੀ ਚੰਦ ਜੀ ਨੇ ਦੇਖਿਆ ਕਿ ਸਾਰੇ ਗਹਿਣੇ ਲਾ ਕਰਕੇ ਸੋਨੇ ਦੇ ਡੱਬੇ ਵਿੱਚ ਰੱਖੇ ਹਨ ਆਪਦੇ ਕੋਲ ਬੇਗਮ ਨੇ। ਭਾਈ ਵਿਧੀ ਚੰਦ ਬੜੇ ਪ੍ਰਸੰਨ ਹੋਏ ਦੇਖ ਸੁਣ ਕੇ। ਲੈ ਹੋ ਸੰਪਟ ਹਾਥ ਮੈਂ ਦਿੜ ਚਿਤਵਨ ਠਾਨਾ। ਬਹੁਤ ਚਿੱਤ ਵਿੱਚ ਪੱਕਾ ਇਰਾਦਾ ਕਰ ਲਿਆ, ਚਿਤਵਨ ਕਰਦੇ ਹਨ ਕਿ ਇਹ ਸੰਪਟ ਡੱਬਾ ਸੋਨੇ ਦਾ ਜਿਹਦੇ ਵਿੱਚ ਗਹਿਣਾ ਭਰਿਆ ਹੋਇਆ ਉਹ ਮੈਂ ਲੈ ਲਵਾਂ। ਕਿਤਕ ਅਗਾਰੀ ਚਲ ਪਰੇ ਮਗ ਮਹਿ ਨਰ ਲਾਰਾ। ਔਰ ਕਿਤਨੇ ਕੋ ਅੱਗੇ ਸਾਰੇ ਚੱਲ ਪਏ, ਹਥਨੀ ਦੇ ਪਿੱਛੇ ਪਿੱਛੇ ਤੁਰਕ ਸੈਨਾ ਚੱਲ ਰਹੀ ਹੈ। ਸਾਰੀ ਲਾਰ, ਸਾਰੀ
डार चली जा रही है। होए निचिंत गवने सकल उर त्रास बिसारा। हृदय जो डर विसार करके निश्चिंत होकर के चले जा रहे हन। विधि चंद कर दृष्ट मह बेगम असवारी। और भाई विधि चंद ने अखी देखा कि बेगम हथनी ते चढ़ गई है। चलियो संग चाहत लियो जेवर मुल भारी। जिस जेवर दा भारी मुल है ਉਹ ਗਹਿਣਿਆਂ ਦਾ ਡੱਬਾ ਭਾਈ ਵਿਧੀ ਚੰਦ ਜੀ ਲੈਣਾ ਚਾਹੁੰਦੇ ਹਨ। ਮੂਤਰ ਤਜਨ ਹਿਤ ਟਿਕ ਗਇਓ ਜੋ ਹਥਨੀ ਪਾਛੇ। ਜੋ ਪਿੱਛੇ ਹਥਨੀ ਆ ਰਹੀ ਸੀ ਜਿਸ ਦੇ ਉੱਪਰ ਬੇਗਮ ਸਵਾਰ ਸੀ ਉਹ ਮੂਤਰ ਤਿਆਗ ਕਰਨ ਵਾਸਤੇ ਹਥਨੀ ਇੱਕ ਥਾਂ ਤੇ ਟਿਕ ਗਈ। ਦਾਵ ਜਾਨ ਅਵਕਾਸ਼ ਲਹਿ ਅਬ ਲੇਵੋ ਆਛੈ। ਮੌਕਾ ਮਿਲ ਗਿਆ ਭਾਈ ਵਿਧੀ ਚੰਦ ਜੀ ਨੂੰ। ਹਥਨੀ ਰੁਕ ਗਈ ਮੂਤਰ ਤਿਆਗਣ ਵਾਸਤੇ ਤੇ ਮੌਕਾ ਮਿਲਿਆ ਕਿ ਹੁਣ ਸੁਖੈਨ ਹੀ ਮੈਂ ਉਹ ਡੱਬਾ ਲੈ ਲਵਾਂਗਾ। ਤੇ ਸਮਬਨ ਹੋਇਓ ਨਿਕਟ ਬੋਲਤ ਤਿਸ ਜੈਸੇ। ਤੁਰਕਾਂ ਵਾਂਗ ਉਹ ਬੋਲਦੇ ਹੋਏ ਨੇੜੇ ਆ ਗਏ ਹਥਨੀ ਦੇ। ਲਾਸ ਗਹੀ ਦਿੜ ਹਾਥ ਮੈਂ ਜੋ ਹਨ ਕਰ ਤੈਸੇ। ਔਰ ਮੋਟਾ ਰੱਸਾ ਹੱਥ ਵਿੱਚ ਲੈ ਕਰਕੇ ਜੋੜਨਾ ਕੀਤਾ। ਭੋਜ ਬਲ ਤੇ ਆਰੂਢ ਕਰ ਅੰਤਰ ਕਰ ਘਾਲਾ। ਔਰ ਆਪਣੀ ਭੁਜਾਵਾਂ ਦੇ ਬਲ ਨਾਲ ਮੋਟਾ ਰੱਸਾ ਜੋ ਹਥਨੀ ਦੇ ਉੱਪਰ ਅੰਬਾਰੀ ਵਿੱਚ ਫਸਾਇਆ ਸੀ ਉਹ ਫੜ ਕੇ ਉੱਪਰ ਚੜ ਗਏ। ਆਪਣੀ ਭੁਜਾਵਾਂ ਦੇ ਬਲ ਦੇ ਨਾਲ ਤੇ ਅੰਬਾਰੀ ਦੇ ਅੰਦਰ ਹੱਥ ਪਾਇਆ। ਲਗਿਓ ਜਾਏ ਸੰਪੁਟ ਜਹਾਂ ਗਹ ਖੈਂਚ ਨਿਕਾਲਾ। ਜਿੱਥੇ ਹੱਥ ਪਾਇਆ ਸੀ ਅੰਬਾਰੀ ਦੇ ਹੇਠਾਂ ਉਹ ਸੋਨੇ ਦੇ ਡੱਬੇ ਨੂੰ ਹੱਥ ਜਾ ਲੱਗਿਆ। ਉਹ ਡੱਬਾ ਹੱਥ ਆ ਗਿਆ। ਬਿਸਮਤ ਬੇਗਮ ਬੋਲਤੀ ਕੋ ਹੈ ਤੂੰ ਕੋ ਹੈ। ਉਹ ਜਦੋਂ ਅੰਬਾਰੀ ਦੇ ਹੇਠਾਂ ਹੱਥ ਪਾਇਆ ਡੱਬਾ ਹੱਥ ਵਿੱਚ ਆ ਗਿਆ। ਉਹ ਸੁਖੈਨੀ ਖਿੱਚ ਲਿਆ ਤੇ ਉਸੇ ਵੇਲੇ ਅਹਿਸਾਸ ਹੋਇਆ ਕਿ ਕਿਸੇ ਨੇ ਮੇਰੇ ਗਹਿਣੇ ਵਾਲਾ ਡੱਬਾ ਖਿੱਚ ਲਿਆ। ਉਹ ਬੇਗਮ ਕਹਿਣ ਲੱਗੀ ਕੌਣ ਹੈ ਤੂੰ ਕੌਣ ਹੈ। ਲੇਵਤ ਹੀ ਉਤਰੇ ਉਤਰੇ ਕਰ ਛਾਰ ਉਚੈ ਹੋ। ਔਰ ਹਥਨੀ ਦੇ ਉੱਪਰ ਚੜਿਆ ਹੋਇਆ ਭਾਈ ਵਿਧੀ ਚੰਦ ਜੀ ਨੇ ਛਾਲ ਮਾਰੀ ਹੇਠਾਂ ਉਤਰ ਗਏ ਡੱਬਾ ਲੈ ਕੇ। ਚੋਰ ਚੋਰ ਕੂਕੀ ਤਬੈ ਦੌਰੇ ਨਰ ਆਏ। ਬੇਗਮਾਂ ਚੋਰ ਚੋਰ ਐ ਉੱਚੀ ਆਵਾਜ਼ ਮਾਰਨ ਲੱਗੀ ਤਦੋਂ ਸਾਰੇ ਤੁਰਕ ਨਰ दौड़े आए। हथनी के चौदिस फिरे लह कुछ दरसाए। और हथनी दे चार चुफेरे दौड़न लगे अगे पीछे देखन लगे पर कुछ हाथ नहीं आया। विधि चंद कर शीघ्रता तज मग तत्काला। भाई विधि चंद जी ने शीघ्रता धार करके राहे चल पे। संपुट दिड संभार कर पाछ हट चाला। और सगहने दा डब्बा जो सोने दा सी उसनु संभाल करके अपने कब्जे विच लिया। बड़ी सावधानी दे नाल ते शीघ्रता दे नाल पिछां हट आए। दूर फरक को पाए कर प्राती होए आई। और फर्क पा करके दूर बड़ी काली काली चलते हुए आए। और जब तक प्रातः काल हो गया दिन चढ़ गया। उलंग बिपासा नदी को सब चिंत गवाई। ब्यासा दरिया लंघ करके जदों परले कंडे आए तां सारी चिंता दूर हो गई। तम मह नर इत उत फिरे मग नेरे नेरे। हनेरे विच इधर उधर तुर्क सारे दौड़े फिरदे हन। हथनी दे चार चुफेरे होर आसे पासे देखदे हन कि चोर किधर गया। किवें चुरा के सब दे देखदे चोर चोरी करके चला गया। न पायो तस कर गयो विस्माए कनेरे। सारे हैरान हन तुर्क कि चोर इन्नी सफाई दे नाल चोरी करके चला गया सानू किसे नू पता नहीं लग्या। बेगम भय हैरान मन अस चोर न हेरा। बेगमा हैरान हुईयां कि अज तक इहो जा चोर नहीं देखा असां ने। तुम सब मैं ते ले गयो हठ धार बडेरा। तुर्कां नू ताड़न लगियां बेगमा कि तुहाडे हुंदियां तुहाडे देखदियां
ਸਖਤ ਪਹਿਰੇ ਵਿੱਚ ਚੋਰ ਚੋਰੀ ਕਰਕੇ ਗਹਿਣਾ ਚੁਰਾ ਕੇ ਲੈ ਗਿਆ, ਤੁਸੀਂ ਦੇਖਦੇ ਰਹਿ ਗਏ। ਸ੍ਰੀ ਸਤਿਗੁਰ ਗੁਣ ਗਾਵਤੋ ਆਨੰਦ ਉਪਜਾਵੈ। ਭਾਈ ਬਿਧੀ ਚੰਦ ਜੀ ਸਤਿਗੁਰਾਂ ਦੇ ਗੁਣ ਗਾਉਂਦੇ ਹੋਏ ਆਨੰਦ ਪੈਦਾ ਕਰਦੇ ਹੋਏ ਚਲੇ ਆ ਰਹੇ ਹਨ। ਬਿਧੀ ਚੰਦ ਕਰਤਾਰਪੁਰ ਮਾਰਗ ਕੋ ਆਵੈ। ਭਾਈ ਬਿਧੀ ਚੰਦ ਜੀ ਕਰਤਾਰਪੁਰ ਸਾਹਿਬ ਦੇ ਰਸਤੇ ਚਲੇ ਆ ਰਹੇ ਹਨ। ਸੁਖ ਸੋ ਪਹੁੰਚਿਓ ਆਏ ਕਰ ਪੁਰ ਵਿਖੇ ਪ੍ਰਵੇਸ਼ਾ। ਸੁਖ ਪੂਰਵਕ ਕਰਤਾਰਪੁਰ ਨਗਰੀ ਵਿਖੇ ਆ ਕੇ ਪ੍ਰਵੇਸ਼ ਹੋਏ। ਗਇਓ ਮਹਿਲ ਜਹ ਨਾਨਕੀ ਆਨੰਦ ਵਿਸੇਖਾ। ਜਿੱਥੇ ਸਤਿਕਾਰਯੋਗ ਮਾਤਾ ਨਾਨਕੀ ਜੀ ਬੈਠੇ ਸਨ, ਉਸ ਮਹਿਲ ਵਿੱਚ ਭਾਈ ਬਿਧੀ ਚੰਦ ਜੀ ਗਹਿਣੇ ਦਾ ਡੱਬਾ ਲੈ ਕੇ ਗਏ। ਸੁੰਦਰ ਸੰਪੁਟ ਹੇਮ ਕੋ ਧਰ ਦੀਨ ਅਗਾਰੀ। ਸੁੰਦਰ ਸੋਨੇ ਦਾ ਡੱਬਾ ਜਿਹਦੇ ਵਿੱਚ ਗਹਿਣਾ ਭਰਿਆ ਹੋਇਆ, ਹੀਰੇ ਜਵਾਹਰਾਤ ਭਰੇ ਹੋਏ ਹਨ, ਉਹ ਮਾਤਾ ਜੀ ਦੇ ਅੱਗੇ ਧਰ ਦਿੱਤੇ। ਹਾਥ ਜੋੜ ਕਰ ਬੰਦਨਾ ਸਭ ਗਿਰਾ ਉਚਾਰੀ। ਹੱਥ ਜੋੜ ਕੇ ਭਾਈ ਬਿਧੀ ਚੰਦ ਜੀ ਨੇ ਨਮਸਕਾਰ ਕੀਤੀ ਔਰ ਸਾਰੀ ਵਿਧੀ ਸਾਰੀ ਵਾਰਤਾ ਦੱਸੀ। ਮਾਤਾ ਕਰੀ ਸਹਾਇਤਾ ਇਹ ਭੂਖਨ ਆਨੇ। हे ਮਾਤਾ ਜੀ, ਆਪ ਜੀ ਨੇ ਮੇਰੀ ਸਹਾਇਤਾ ਕਰੀ, ਇਹ ਭੂਖਣ ਗਹਿਣੇ ਲਿਆਂਦੇ ਹਨ। ਬੇਗਮ ਡੇਰਾ ਨਿਕਟ ਹੀ ਮਿਲ ਗਇਓ ਮਹਾਨੇ। ਬੇਗਮਾਂ ਦਾ ਡੇਰਾ ਨੇੜੇ ਹੀ ਮਿਲ ਗਿਆ, ਬਹੁਤ ਦੂਰ ਨਹੀਂ ਜਾਣਾ ਪਿਆ। ਸੁਖੈਣ ਹੀ ਮੈਂ ਗਹਿਣਿਆਂ ਦਾ ਡੱਬਾ ਲੈ ਆਂਦਾ। ਸਿੱਖਨ ਕੇ ਕਾਰਜ ਪੁਰੋਜੈ ਕਹਾਂ ਸਹਾਈ। ਔਰ ਆਪ ਸਾਰੇ ਸਿੱਖਾਂ ਦੇ ਕਾਰਜ ਸੰਪੂਰਨ ਕਰਦੇ ਹੋ, ਜਿੱਥੇ ਕਿਥੇ ਆਪ ਸਹਾਇਕ ਹੁੰਦੇ ਹੋ। ਰਾਖੋ ਮੇਰੀ ਲਾਜ ਨਿਤ ਇਹ ਕਹਾਂ ਬਡਾਈ। ਔਰ ਨਿਤ ਹਮੇਸ਼ਾ ਮੇਰੀ ਵੀ ਲਾਜ ਆਪ ਰੱਖਦੇ ਆਏ ਹੋ। ਇਹ ਕਿਹੜੀ ਵੱਡੀ ਗੱਲ ਹੈ, ਇਹ ਕਿਹੜੀ ਵਡਿਆਈ ਹੈ, ਆਪ ਹਮੇਸ਼ਾ ਸਾਡੇ ਅੰਗ ਸੰਗ ਹੋ। ਬਿਸਮਤ ਚਿਤ ਹੋਏ ਨਾਨਕੀ ਆਨੰਦ ਉਪਜਾਇਓ। ਮਾਤਾ ਨਾਨਕੀ ਜੀ ਬੜੇ ਹੈਰਾਨ ਹੋ ਕੇ ਬੜੇ ਆਨੰਦ ਪ੍ਰਸੰਨ ਹੋਏ। ਚੋਰੀ ਮੈਂ ਅਤ ਸਹਿ ਚਤੁਰ ਤੂਰ ਨਹੀਂ ਲਿਆਇਓ। हे ਬਿਧੀ ਚੰਦ, ਤੂੰ ਚੋਰੀ ਕਰਨ ਵਿੱਚ ਬਹੁਤ ਕੁਸ਼ਲ ਹੈ, ਛੇਤੀ ਹੀ ਸ਼ੀਘਰਤਾ ਦੇ ਨਾਲ ਤੂੰ ਗਹਿਣੇ ਲਿਆਂਦੇ। ਦਾਸੇ ਸੰਗ ਬਖਾਨ ਕੈ ਸੰਪੁਟ ਖੁਲਵਾਇਓ। ਮਾਤਾ ਨਾਨਕੀ ਜੀ ਨੇ ਦਾਸੀ ਨੂੰ ਸੱਦ ਕਰਕੇ ਉਹ ਗਹਿਣੇ ਦਾ ਡੱਬਾ ਖੁਲਵਾਇਆ। ਭਰਿਓ ਜਵਾਹਰ ਬ੍ਰਿੰਦ ਤੇ ਜਗਮਗ ਚਮਕਾਇਓ। ਜਦੋਂ ਸੋਨੇ ਦਾ ਡੱਬਾ ਖੋਲਿਆ, ਵਿੱਚ ਹੀਰੇ ਜਵਾਹਰਾਤ ਸੋਨੇ ਦੇ ਗਹਿਣੇ ਹੀਰੇ ਨਗ ਜੜੇ ਹੋਏ ਹਨ। ਮੁਕਤਾਗਨ ਕਰਨਾ ਪਰਨ ਬੜ ਆਪ ਸੁਟਾਰੇ। ਔਰ ਬਹੁਤ ਸਾਰੀਆਂ ਮੋਤੀਆਂ ਦੇ ਮਾਲਾ ਹੈ। ਕਰਨ ਭਰਨ ਕੰਨਾਂ ਦੇ ਗਹਿਣੇ ਹਨ ਜੋ ਬਹੁਤ ਆਪ ਵਾਲੇ ਸ਼ੋਭਾ ਵਾਲੇ ਹਨ। ਸੀਸ ਫੂਲ ਹੀਰੇ ਜਰੇ ਜਿਨ ਮੋਲ ਉਦਾਰੇ। ਸੀਸ ਫੁੱਲ ਜੋ ਸਿਰ ਦੇ ਉੱਪਰ ਸਜਾਉਣ ਵਾਲਾ ਗਹਿਣਾ, ਸੀਸ ਫੁੱਲ ਇੱਕ ਫੁੱਲ ਵਰਗਾ ਗਹਿਣਾ ਹੁੰਦਾ ਹੈ ਜੋ ਸੀਸ ਤੇ ਇਸਤਰੀਆਂ ਲਗਾਉਂਦੀਆਂ ਹਨ। ਵਿੱਚ ਹੀਰੇ ਜੜੇ ਹੋਏ ਹਨ ਜਿਨ੍ਹਾਂ ਦਾ ਮੁੱਲ ਬਹੁਤ ਹੈ। ਬੇਸਰ ਗਰ ਪੂਖਨ ਪਲੇ ਅਰ ਹਾਥਨ ਕੇਰੇ। ਹੱਥਾਂ ਦੇ ਗਹਿਣੇ, ਗਲੇ ਦਾ ਗਹਿਣਾ, ਹਾਰ ਆਦਿਕ, ਬੇਸਰ, ਨੱਥ, ਨੱਕ ਵਿੱਚ ਪਾਉਣ ਵਾਲਾ ਗਹਿਣਾ। ਦੇਖਤ ਦੇਤ ਪ੍ਰਮੋਦ ਕੋ ਦੁਤਵੰਤ ਬਡੇਰੇ। ਜੋ ਦੇਖਦਿਆਂ ਬਹੁਤ ਖੁਸ਼ੀਆਂ ਦੇਣ ਵਾਲੇ ਗਹਿਣੇ ਹਨ, ਬੜੀ ਸ਼ੋਭਾ ਵਾਲੇ ਹਨ। ਔਰ ਪ੍ਰਸੰਨ ਬਹੁ ਨਾਨਕੀ ਬਰ ਸੁੰਦਰ ਦੀਨੇ। ਔਰ ਹਿਰਦੇ ਵਿੱਚ ਪ੍ਰਸੰਨ ਹੋ ਕਰਕੇ ਮਾਤਾ ਨਾਨਕੀ ਜੀ ਨੇ ਔਰ ਬਹੁਤ ਸੁੰਦਰ ਗਹਿਣੇ ਜਦੋਂ ਦੇਖੇ, ਹਿਰਦੇ ਵਿੱਚ ਬੜੇ ਪ੍ਰਸੰਨ ਹੋਏ। ਗੁਰ ਜਸ ਕੇ ਸੰਗ ਜਸ ਰਹੈ ਜਗ ਮੈਂ ਸੁਖ ਲੀਨੇ। ਔਰ ਸੁੰਦਰ ਵਰਦਾਨ ਦਿੱਤਾ, ਹਿਰਦੇ ਵਿੱਚ ਪ੍ਰਸੰਨ ਹੋ ਕੇ ਦਿਲੋਂ ਆਸ਼ੀਰਵਾਦ ਦਿੱਤੀ। ਭਾਈ ਬਿਧੀ ਚੰਦ, ਤੂੰ ਗੁਰਾਂ ਦੇ ਜਸ ਦੇ ਨਾਲ ਤੇਰਾ ਵੀ ਜਸ ਰਹੇਗਾ ਜਗਤ ਵਿੱਚ। ਸਤਨਾਮ ਮਨ ਮੈਂ ਬਸੈ ਸਿੱਖੀ ਬੜ ਧਾਰੋ। ਤੇਰੇ ਹਿਰਦੇ ਵਿੱਚ ਮਨ ਵਿੱਚ ਸਤਨਾਮ ਵਾਹਿਗੁਰੂ ਮੰਤਰ ਵਸੇਗਾ, ਤੂੰ ਬਹੁਤ ਸਿੱਖੀ ਨੂੰ ਧਾਰਨ ਵਾਲਾ ਹੋਵੇਂਗਾ। ਜਨਮ ਮਰਨ ਬੰਧਨ ਛੁਟੈ ਗੁਰ ਤੋਹੇ ਉਦਾਰੋ। ਤੇਰਾ ਜਨਮ ਮਰਨ ਦਾ ਬੰਧਨ ਛੁੱਟ ਜਾਵੇਗਾ, ਕੱਟਿਆ ਜਾਵੇਗਾ। ਗੁਰੂ ਸਾਹਿਬ ਜੀ ਤੇਰਾ ਉਧਾਰ ਕਰਨਗੇ। ਤੋਹੇ ਨਾਮ ਕੋ ਉਚਰ ਕਰ ਰਿਪਤੇ ਜੈ ਪਾਵੈ। ਔਰ ਤੇਰੇ ਨਾਮ ਨੂੰ ਉਚਾਰਨ ਕਰਕੇ ਦੁਸ਼ਮਨਾਂ ਦੇ ਉੱਪਰ ਵਿਜੈ ਪਾਉਣਗੇ। ਜੋ ਤੇਰਾ ਨਾਮ ਲੈਣਗੇ
ਉਹ ਦੁਸ਼ਮਨਾਂ ਦੇ ਉੱਪਰ ਵਿਜੈ ਪ੍ਰਾਪਤ ਕਰ ਲੈਣਗੇ। ਪੁਰਸਾਰਥ ਗੁਰ ਹਿਤ ਕਰੇ ਸਭ ਬਿਗਨ ਮਿਟਾਵੈ। ਔਰ ਤੂੰ ਗੁਰਾਂ ਦੇ ਵਾਸਤੇ ਪੁਰਸਾਰਥ ਕੀਤਾ, ਬਲ ਪਰਾਕਰਮ ਕਰਕੇ ਪਹਿਲਾਂ ਘੋੜੇ ਲਿਆਂਦੇ, ਹੋਰ ਵੀ ਬਹੁਤ ਸਾਰੇ ਪੁਰਸਾਰਥ ਕੀਤੇ, ਸਭ ਵਿਗਨ ਮਿਟਾਵੇ, ਸਾਰੇ ਵਿਗਨਾਂ ਨੂੰ ਮਿਟਾਉਣ ਵਾਲੇ। ਪਰ ਉਪਕਾਰੀ ਬਹੁ ਰਹਿਓ ਬਿਦਤੈ ਜਗ ਮਾਹੀ। ਤੂੰ ਬਹੁਤ ਪਰਉਪਕਾਰੀ ਹੈ, ਸਾਰੇ ਜਗਤ ਵਿੱਚ ਤੂੰ ਪ੍ਰਸਿੱਧ ਹੋਵੇਂਗਾ, ਤੂੰ ਪਰਉਪਕਾਰੀ ਹੋਵੇਂਗਾ। ਜਿਵੇਂ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਲੱਦਾ ਜੀ ਨੂੰ ਪਰਉਪਕਾਰੀ ਦਾ ਖਿਤਾਬ ਦਿੱਤਾ ਸੀ, ਮਾਤਾ ਨਾਨਕੀ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਪਰਉਪਕਾਰੀ ਦਾ ਖਿਤਾਬ ਦੇ ਰਹੇ ਹਨ। ਜਗਤ ਵਿੱਚ ਤੂੰ ਪਰਉਪਕਾਰੀ ਪ੍ਰਸਿੱਧ ਹੋਵੇਂਗਾ। ਦੁਖ ਬਿਹੀਨ ਤਨ ਤਵ ਰਹਿ ਸਭ ਕਰੈ ਸਰਾਹੀ। ਦੁੱਖਾਂ ਤੋਂ ਰਹਿਤ ਦੇਹ ਅਰੋਗਤਾ ਦੇ ਸਹਿਤ ਰਹੇਗਾ, ਸਾਰੇ ਤੇਰੀ ਸਰਾਹਨਾ ਕਰਨਗੇ। ਬਾਰ ਬਾਰ ਇਮ ਨਾਨਕੀ ਆਸਿਖ ਬੋ ਦੀਨ। ਸਤਿਕਾਰਯੋਗ ਮਾਤਾ ਨਾਨਕੀ ਜੀ ਨੇ ਬਾਰੰਬਾਰ ਇਸ ਤਰ੍ਹਾਂ ਦੀਆਂ ਅਸੀਸਾਂ ਦਿੱਤੀਆਂ ਭਾਈ ਬਿਧੀ ਚੰਦ ਜੀ ਨੂੰ। ਆਗਿਆ ਲੈ ਕਰ ਮਾਤ ਤੇ ਉਠ ਬੰਧਨ ਕੀਨੇ। ਭਾਈ ਬਿਧੀ ਚੰਦ ਜੀ ਮਾਤਾ ਨਾਨਕੀ ਜੀ ਤੋਂ ਆਗਿਆ ਲੈ ਕਰਕੇ ਬੰਦਨਾ ਕਰਕੇ ਉਠੇ। ਸ੍ਰੀ ਹਰਿ ਗੋਬਿੰਦ ਕੋ ਦਰਸ ਪੁਨ ਜਾਏ ਨਿਹਾਰਾ। ਉਹਨਾਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਪਗ ਪੰਕਜ ਪਰ ਸੀਸ ਧਰ ਪਰ ਸੰਗ ਉਚਾਰਾ। ਔਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਦੇ ਉੱਪਰ ਸੀਸ ਰੱਖ ਕਰਕੇ ਸਾਰੀ ਵਾਰਤਾ ਸੁਣਾਈ। ਮੁਸਕਾਨੇ ਗੁਣ ਖਾਨ ਸੁਨ ਸਨਮਾਨ ਬਿਠਾਇਓ। ਔਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਨਮਾਨ ਦੇ ਸਹਿਤ ਆਪਦੇ ਕੋਲ ਬਿਠਾਇਆ, ਮੁਸਕਰਾ ਕੇ ਕਹਿਣ ਲੱਗੇ, ਤੁਮ ਸਮਤਾ ਨੇ ਕਿਸੂ ਮੈਂ ਜਸ ਭਾਖ ਸੁਨਾਇਓ। ਜਿਸ ਤਰ੍ਹਾਂ ਤੂੰ ਵਾਰਤਾ ਕਹਿ ਕੇ ਸੁਣਾਇਆ ਹੈ, ਤੇਰੇ ਸਮਾਨ ਦੂਜਾ ਹੋਰ ਕੋਈ ਨਹੀਂ ਹੈ। ਚਤੁਰ ਚਲਾਕ ਸਿਆਣਾ ਬਲੀ ਯੋਧਾ, ਤੇਰੇ ਸਮਾਨ ਕੋਈ ਦੂਜਾ ਨਹੀਂ ਹੈ। ਬਿਧੀ ਚੰਦ ਕੇ ਕਰਮ ਅਸ ਸੁਨ ਪਿਖ ਬਿਸਮਾਵੈ। ਸਾਰੇ ਸਿੱਖ ਭਾਈ ਬਿਧੀ ਚੰਦ ਜੀ ਦੇ ਕਰਮ ਸੁਣ ਕਰਕੇ ਦੇਖ ਕਰਕੇ ਸਾਰੇ ਸਿੱਖ ਹੈਰਾਨ ਹੋਏ। ਜਹਾਂ ਨ ਪਹੁੰਚਿਓ ਜਾਏ ਕਿਸ ਤਤ ਛਿਨ ਤਹ ਜਾਵੈ। ਔਰ ਜਿੱਥੇ ਕਿਸੇ ਦੀ ਪਹੁੰਚਣ ਦੀ क्षमता ਨਹੀਂ ਹੈ, ਗਮਤਾ ਨਹੀਂ ਹੈ, ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਉੱਥੇ ਭਾਈ ਬਿਧੀ ਚੰਦ ਜੀ ਪਹੁੰਚ ਕੇ ਜਿਵੇਂ ਘੋੜੇ ਲਿਆਂਦੇ ਬਿਖਮ ਕਠਨ ਸਖਤ ਪਹਿਰੇ ਵਿੱਚ ਕਿਲੇ ਵਿੱਚੋਂ ਲੈ ਕੇ ਆਏ। ਸੋ ਜਿੱਥੇ ਕੋਈ ਪਹੁੰਚ ਨਹੀਂ ਸਕਦਾ ਉੱਥੇ ਤੱਕ ਪਹੁੰਚ ਹੈ ਭਾਈ ਬਿਧੀ ਚੰਦ ਜੀ ਦੀ। ਜਬ ਸਤਿਗੁਰ ਮੰਦਰ ਗਏ ਸੁਟ ਪਲੰਗ ਸੁਹਾਏ। ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਮੰਦਰ ਵਿਖੇ ਗਏ, ਸੋਹਣੇ ਪਲੰਗ ਉੱਤੇ ਬਿਰਾਜਮਾਨ ਹੋਏ। ਸਕਲ ਵਿਭੂਕਨ ਨਾਨਕੀ ਤਬ ਆਨ ਦਿਖਾਏ। ਤਦੋਂ ਮਾਤਾ ਨਾਨਕੀ ਜੀ ਨੇ ਸਾਰੇ ਗਹਿਣੇ ਆਪਣੇ ਗੁਰਦੇਵ ਪਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿਖਾਏ। ਬਿਖਮ ਥਾਨ ਤੇ ਆਨ ਕਰ ਇਹ ਅਰਪਨ ਕੀਨੇ। ਬਹੁਤ ਬਿਖਮ ਸਥਾਨ ਤੋਂ ਲਿਆ ਕਰਕੇ ਗਹਿਣੇ ਸਾਨੂੰ ਦਿੱਤੇ ਹਨ ਭਾਈ ਬਿਧੀ ਚੰਦ ਨੇ। ਬੁੱਧ ਬਲ ਮੈਂ ਅਤ ਚਤੁਰ ਹੈ ਸਮ ਅਪਰ ਨਚੀਨੇ। ਬਲ ਬੁੱਧੀ ਵਿੱਚ ਬਹੁਤ ਹੀ ਕੁਸ਼ਲ ਹੈ, ਔਰ ਇਹਦੇ ਸਮਾਨ ਮੈਂ ਦੂਜਾ ਨਹੀਂ ਦੇਖਿਆ। ਸੁਨ ਕਰ ਸ੍ਰੀ ਸਤਿਗੁਰ ਕਹਿਓ ਇਸ ਕਰਮ ਵਿਸਾਲੇ। ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ, ਇਸ ਦੇ ਕਰਮ ਬੜੇ ਭਾਰੇ ਹਨ, ਬਹੁਤ ਦੁਰਲਭ ਹਨ। ਹੈ ਲਿਆਵਨ ਅਚਰਜ ਕਰਿਓ ਵਿੱਚ ਮਾਨਵ ਜਾਲੇ। ਬਹੁਤ ਸਾਰੇ ਮਨੁੱਖਾਂ ਤੇ ਪਹਿਰੇਦਾਰਾਂ ਵਿੱਚ ਤੁਰਕਾਂ ਵਿੱਚੋਂ ਘੋੜੇ ਲਿਆਂਦੇ, ਹੈਰਾਨੀ ਵਾਲੀ ਗੱਲ ਹੈ। ਨਹਿ ਆਵਦ ਕਹਿਬੇ ਬਿਖੈ ਕਿਆ ਕਹਿ ਸੁਨਾਈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿਣ ਸੁਣਨ ਵਿੱਚ ਨਹੀਂ ਆਉਂਦਾ, ਮੈਂ ਕੀ ਕਹਿ ਕੇ ਸੁਣਾਵਾਂ। ਇਹਦੀ ਜਿਤਨੀ ਵੀ ਤਾਰੀਫ ਕੀਤੀ ਜਾਏ ਉਹ ਥੋੜੀ ਹੈ। ਇਹ ਇੰਨਾ ਚਤੁਰ ਚਲਾਕ ਤੇ ਸਿਆਣਾ ਬਲ ਬੁੱਧੀ ਵਾਲਾ ਹੈ ਕਿ ਕਹਿਣ ਵਿੱਚ ਨਹੀਂ ਆਉਂਦਾ। ਇਤਿਆਦਿਕ ਬਹੁ ਭਾਂਤ ਕੀ ਕਰ ਦਾਸ ਵਡਾਈ। ਇਤਿਆਦਿਕ ਬਹੁਤ ਤਰ੍ਹਾਂ ਦੀ ਆਪਣੇ ਦਾਸ ਸੇਵਕ ਭਾਈ ਬਿਧੀ ਚੰਦ ਜੀ ਦੀ ਵਡਿਆਈ ਕੀਤੀ, ਤਾਰੀਫ ਕੀਤੀ ਸਤਿਗੁਰਾਂ ਨੇ। ਕਿਉਂਕਿ ਜੋ ਹਰਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਹਰ ਕੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ।
जो हरि दे दासां दी उस्ताद है, वो हरि परमेश्वर दी वडियाई है। जदों हरि परमेश्वर नूं अपनी वडियाई भाउंदी है, अपने सेवक जनां दा जय जयकार करा दिंदा है। गुरु हरगोबिंद साहब महाराज जी ने अपने सेवक भाई विधि चंद जी का जय जयकार करा दिता, ਉਹਦੀ बड़ी तारीफ की। देख विभूकन नानकी न पैरन चाहे, गहने देख करके बेगमां दे माता नानकी जी पहनना नहीं चाहते हैं। अपने उचित न चीन कह भरता पाहे, अपने पहनन जोग ना जान करके अपने गुरुदेव पति श्री गुरु हरगोबिंद साहब महाराज जी दे ताई माता नानकी जी कहन लगे, पहनदे खां की पार जा कह निकट बुलाई, पहनदे खां पठान दी भारजा स्त्री नूं कह के दासी भेज करके बुलवाई। जो पहनदे खां पठान, जो यतीम सी पठान, उसनूं छेवें पातशाह जी ने अपने पुत्रा वांग अपने हत्थीं पालिया सी। अपनी निगरानी विच उसनूं चंगियां खुराकां खवाउंदे सी। बहुत सारा दुध काढ़ के विच बादाम पिस्ता काजू सारे मेवे पा करके उबाल के चंगी तरह उसनूं खवाउंदे सन। कोल बैठ करके वरजिश कराउंदे सन, शस्त्र विद्या सिखाई। और जो भी सिख घोड़े शस्त्र लैके आउंदा सी, पैंदे खां पठान नूं दे दिंदे सन। ते उस वेले सिख सूरमे जड़े सन, गुरु हरगोबिंद साहब महाराज जी नूं बेनती करन लगे, महाराज सूरमे तां असीं भी हाँ, आप जी दे फौजी असीं भी हाँ। जो सिख घोड़े शस्त्र लैके आउंदे हन भेटा वजों, आप सब पैंदे खां पठान नूं तुरक नूं दे दिंदे हो, सिखां नूं क्यों नहीं दिंदे? तुसी उसनूं वध प्यार करते हो। क्या भाई ये यतीम है, ਇਹਦਾ कोई माई बाप नहीं है, क्योंकि माई बाप असी हाँ, इस करके इसनूं बहुता प्यार दिंदे हाँ और शस्त्र घोड़े आदि इसनूं बख्शते रहंदे हाँ। सतगुरु हरगोबिंद साहब महाराज जी ने अपने हत्थी ਇਹਦਾ विवाह भी करवाया जदों जवान होया, और पैंदे खां पठान का विवाह करवाया। बहुत बली सी। पहले जंग विच इसने बड़ी बहादुरी दिखाई, बहुत प्रसन्न होकर बहुत इनाम धन पदार्थ दिता गुरु हरगोबिंद साहब महाराज जी ने। फिर इसनूं हंकार हो गया, सिखां नूं कहण लग्या कि जे मैं ना हुंदा ते गुरु हरगोबिंद साहब महाराज ने जंग नहीं सी जितना। सिखां ने जाके गुरु महाराज नूं दस्सिया कि महाराज पैंदे खां पठान जिसनूं आप बहुता प्यार करते हो, वो तो इउं कहंदा है कि मेरे करके गुरु साहब जी जंग जिते हैं। तां दूजे तीजे जंग विच गुरु साहब जी ने उसनूं नहीं सद्दिया। नवा नवा विआह होया सी। गुरु हरगोबिंद साहब महाराज ने कहा, पैंदे खान तू जाके घर आराम कर, जदों जंग युद्ध होवेगा फिर तैनूं असी सद्दांगे, उन्ना चिर तू अपने घर रह। वो कर रहा समा पा के पैंदे खां पठान दे घर एक लड़की जम्मी। तो गुरु साहब जी नूं खबर करन आया, महाराज आप जी की कृपा के नाल मेरे घर पुत्री ने जन्म लिया है। गुरु साहब जी मुस्कुराए। तो सिखां ने पूछा, महाराज जदों बचन विलास करके आशीर्वाद लैके पैंदे खां पठान चला गया, सिखां ने पूछा महाराज इसने खबर खुशखबरी सुनाई, आप मुस्कुराउण लगे। कहंदे थानू नहीं पता अगे की होना है। ये जो पैंदे खां पठान की पुत्री है, यदी मौत का कारण बनेगी। और वही गल हुई अगे, कथा हुण तां प्रारंभ हुई है, अगे कथा आवेगी। पैंदे खां पठान ने अपनी लड़की का विवाह किया। उहदा जवाई जिहड़ा सी बड़ा लालची सी। वो जो गुरु हरगोबिंद साहब महाराज जी ने चोला दिता सी, खास चोला कि जदों दरबार में आवें आ चोला पा के आवी, उहदे जवाई ने मंग लिया। देना नहीं चाहता सी पैंदे खान के गुरु साहब जी ने सानू दिता है, पर वो बदो बदी मंग के लै गया। वो जदों चोले तो बिना पैंदे खां पठान गुरु दरबार में आया, गुरु साहब ने कहा तैनू चोला दिता सी, तू पा के नहीं आया। कहना धोबी नूं दिता है धोण वास्ते। दूजे दिन फिर मुकर गया, कहन लग्या अजे कपड़ा तैयार नहीं होया, धोबी ने धो के दिते नहीं। बार बार बहाने करता रहा। अंतरजामी सतगुरु हरगोबिंद साहब महाराज ने कहा कि झूठ क्यों बोलता है,
ਉਹ ਚੋਲਾ ਤੂੰ ਆਪਦੇ ਜਵਾਈ ਨੂੰ ਦੇ ਦਿੱਤਾ, ਸਾਨੂੰ ਪਤਾ ਹੈ। ਮਹਾਰਾਜ ਤੁਸੀਂ ਤਾਂ ਐਵੇਂ ਹੀ ਆਰੋਪ ਲਗਾ ਰਹੇ ਹੋ, ਤੁਹਾਨੂੰ ਕੁਝ ਅਤਾ ਪਤਾ ਹੈ ਨਹੀਂ, ਤੁਸੀਂ ਐਵੇਂ ਦੋਸ਼ ਲਾਈ ਜਾਂਦੇ ਹੋ। ਮੈਂ ਕਦੋਂ ਆਪਣੇ ਜਵਾਈ ਨੂੰ ਦਿੱਤਾ? ਮੁਕਰ ਗਿਆ। ਫਿਰ ਇਹ ਬਾਗੀ ਹੋ ਗਿਆ। ਫਿਰ ਇਹ 1 ਲੱਖ ਮੁਗਲਾਂ ਨੂੰ ਚੜ੍ਹਾ ਕੇ ਲਿਆਉਂਦਾ ਹੈ। ਅੱਗੇ ਕਥਾ ਆਵੇਗੀ, ਚੌਥਾ ਜੰਗ ਕਰਤਾਰਪੁਰ ਸਾਹਿਬ ਹੋਵੇਗਾ 1 ਲੱਖ ਮੁਗਲਾਂ ਦੇ ਨਾਲ। 3 ਜੰਗ ਹੋ ਚੁੱਕੇ ਹਨ। ਪਹਿਲਾ 7000 ਮੁਗਲਾਂ ਦੇ ਨਾਲ ਮੁਗਲਸ ਖਾਨ ਸੈਨਾਪਤੀ ਸੀ। ਦੂਜਾ ਜੰਗ ਜਲੰਧਰ ਦਾ ਸੂਬਾ ਅਬਦੁਲ ਖਾਨ 15000 ਮੁਗਲ ਸੈਨਾ ਲੈ ਕੇ ਚੜ੍ਹ ਕੇ ਆਇਆ ਸੀ, ਸਭ ਮਾਰੇ ਗਏ। ਤੀਜਾ ਜੰਗ ਮਾਲਵੇ ਦੇ ਜੰਗਲਾਂ 'ਚ ਹੋਇਆ। 35000 ਮੁਗਲਾਂ ਦੇ ਨਾਲ ਲੱਲਾ ਬੇਗ ਕਾਬਲ ਦਾ ਸੂਬਾ ਚੜ੍ਹ ਕੇ ਆਇਆ ਸੀ। 3 ਜੰਗਾਂ ਦਾ ਪ੍ਰਸੰਗ ਸੰਪੂਰਨ ਹੋ ਚੁੱਕਿਆ। 1 ਜੰਗ ਬਾਕੀ ਰਹਿੰਦਾ, ਚੌਥਾ, ਜੋ ਕਰਤਾਰਪੁਰ ਸਾਹਿਬ ਹੋਣਾ ਹੈ। ਸੋ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ ਕਿ ਮਾਤਾ ਨਾਨਕੀ ਜੀ ਨੇ ਵਿਚਾਰਿਆ ਕਿ ਇਹ ਤੁਰਕ ਬਾਦਸ਼ਾਹ ਦੀ ਬੇਗਮ ਦੇ ਗਹਿਣੇ ਹਨ, ਸਾਡੇ ਪਾਉਣ ਯੋਗ ਨਹੀਂ ਹਨ। ਤਾਂ ਪੈਂਦੇ ਖਾਂ ਪਠਾਨ ਦੀ ਬੌਟੀ ਨੂੰ ਸਦਵਾਇਆ। ਬਹੁ ਮੋਲੇ ਤਦ ਛਨ ਦੀਏ ਲੈ ਕਰ ਹਰ ਖਾਈ। ਬਹੁਤ ਕੀਮਤੀ ਗਹਿਣੇ ਪੈਂਦੇ ਖਾਂ ਪਠਾਨ ਦੀ ਇਸਤਰੀ ਨੂੰ ਦੇ ਦਿੱਤੇ। ਉਹ ਪਾ ਕਰਕੇ ਬਹੁਤ ਪ੍ਰਸੰਨ ਹੋਈ। ਉਨ ਬਾਬਕ ਕੀ ਨਾਰ ਕੋ ਬਗਸੇ ਤਤਕਾਲ। ਤਤਕਾਲ ਹੀ ਬਾਬਕ ਜਿਹੜਾ ਉਹ ਵੀ ਬੜਾ ਸੂਰਬੀਰ ਹੋਇਆ। ਸਾਰੇ ਜੰਗ ਯੁੱਧਾਂ ਵਿੱਚ ਬਾਬਕ ਰਬਾਬੀ ਕੀਰਤਨੀਆ ਸੀ, ਪਰ ਉਸਨੇ ਵੀ ਜੰਗ ਯੁੱਧ ਕੀਤੇ। ਗੁਰੂ ਸਾਹਿਬ ਜੀ ਦੀ ਫੌਜ ਵਿੱਚ ਭਾਵੇਂ ਕੋਈ ਪੂਜਾ ਪਾਠ ਕਰਨ ਵਾਲਾ ਹੋਵੇ, ਚਾਹੇ ਕੀਰਤਨੀਆ ਹੋਵੇ, ਲੋੜ ਪੈਣ ਤੇ ਉਹ ਵੀ ਸ਼ਸਤਰ ਚੁੱਕ ਕਰਕੇ ਮੈਦਾਨੇ ਜੰਗ ਵਿੱਚ ਤਿਆਰ ਬਰ ਤਿਆਰ ਹੋ ਕਰਕੇ ਪਹੁੰਚ ਜਾਂਦਾ ਸੀ। ਇੱਕ ਛੋਟੀ ਜੀ ਸਾਖੀ ਆਉਂਦੀ ਹੈ। ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਜਦੋਂ ਭੰਗਾਣੀ ਦਾ ਯੁੱਧ ਜਿੱਤਿਆ, ਫਿਰ ਨਦੌਣ ਦਾ ਜੰਗ ਜਿੱਤਿਆ, ਤੇ ਜਦੋਂ 4 ਤੁਰਕ ਸੈਨਾਪਤੀ ਚੜ੍ਹ ਕੇ ਆਏ ਸਨ, ਬਹੁਤ ਸਾਰੇ ਤੁਰਕ ਮਾਰੇ ਗਏ। ਔਰ ਜੋ ਬੁੱਧੂ ਸਾਹਿਬ ਫਕੀਰ ਨੇ 700 ਮੁਰੀਦ ਭੇਜੇ ਸਨ, ਉਹ ਬਾਗੀ ਹੋ ਗਏ। ਤਾਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਦਿਲਾਸਾ ਦਿੱਤਾ, ਤੁਸੀਂ ਘਬਰਾਓ ਨਾ, ਅਕਾਲ ਪੁਰਖ ਸਾਡੀ ਰੱਖਿਆ ਕਰੇਗਾ। ਉਸ ਵੇਲੇ ਜਿੰਨੇ ਵੀ ਸਨ, ਉਸ ਵਿੱਚ ਇੱਕ ਮਹੰਤ ਕਿਰਪਾਲ ਦਾਸ ਸੀ। ਤੇ ਕਿਹਾ, ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਵੀ ਜੰਗ ਯੁੱਧ ਕਰਾਂ। ਕਿਹਾ, ਤੁਸੀਂ ਮਹੰਤ ਹੋ, ਸੰਤ ਹੋ, ਤੁਹਾਡਾ ਕੰਮ ਹੈ ਵਰਦਾਨ ਦੇਣਾ, ਆਸ਼ੀਰਵਾਦ ਦੇਣਾ ਤੁਹਾਡਾ ਕੰਮ ਹੈ, ਜੰਗ ਯੁੱਧ ਕਰਨਾ ਤੁਹਾਡਾ ਕੰਮ ਨਹੀਂ। ਕਹਿੰਦੇ, ਮਹਾਰਾਜ ਮੇਰੀ ਇੱਛਾ ਹੈ, ਮੈਨੂੰ ਵੀ ਆਗਿਆ ਦਿਓ। ਕਹਿੰਦੇ, ਤੁਹਾਡੇ ਕੋਲ ਕੋਈ ਸ਼ਸਤਰ ਹਥਿਆਰ ਤਾਂ ਹੈ ਨਹੀਂ, ਜੰਗ ਕਿਵੇਂ ਕਰੋਗੇ? ਮਹਾਰਾਜ ਮੇਰੇ ਕੋਲ ਸੋਟਾ ਹੈ, ਮੇਰੇ ਕੋਲ ਸੋਟਾ ਹੈ, ਇਹੀ ਹਥਿਆਰ ਹੈ ਮੇਰਾ, ਮੈਨੂੰ ਆਗਿਆ ਦਿਓ। ਆਗਿਆ ਦੇ ਦਿੱਤੀ। ਮਹੰਤ ਕਿਰਪਾਲ ਦਾਸ ਘੋੜੇ ਤੇ ਚੜ੍ਹ ਕੇ ਗਿਆ। ਉਧਰੋਂ ਹਯਾਤ ਖਾਂ ਤੁਰਕਾਂ ਦਾ ਸੈਨਾਪਤੀ ਚੜ੍ਹ ਕੇ ਆ ਰਿਹਾ ਸੀ। ਆਮੋ ਸਾਹਮਣੇ ਹੋਏ ਤੇ ਜਦੋਂ ਦੇਖਿਆ ਕਿ ਹਯਾਤ ਖਾਂ ਆ ਰਿਹਾ ਹੈ, ਕਿਰਪਾਲ ਦਾਸ ਮਹੰਤ ਘੋੜੇ ਦੀ ਰਕਾਬ ਵਿੱਚ ਪੈਰ ਫਸਾ ਕੇ ਉੱਚਾ ਖਲੋ ਗਿਆ ਔਰ ਦੋਨੇ ਹੱਥਾਂ ਦੇ ਨਾਲ ਮੋਟਾ ਸੋਟਾ, ਘੋਟਣੇ ਵਰਗਾ ਮੋਟਾ ਸੋਟਾ ਦੋਨੇ ਹੱਥਾਂ ਦੇ ਨਾਲ ਫੜ ਕੇ ਉਹਦੇ ਸਿਰ 'ਤੇ ਇਉਂ ਮਾਰਿਆ ਜਿਵੇਂ ਘੜਾ ਫੋੜੀਦਾ ਹੈ। ਉਹਦਾ ਸਿਰ ਫੇਰ ਦਿੱਤਾ ਸੋਟੇ ਦੇ ਨਾਲ। ਸਾਰੇ ਤੁਰਕ ਹੈਰਾਨ ਕਿ ਕੜਾ ਖਾਣ ਵਾਲਾ ਸਾਧ ਸਾਡੇ ਸੈਨਾਪਤੀ ਨੂੰ ਮਾਰ ਦਿੱਤਾ। ਉਹ ਬੜੇ ਹੈਰਾਨ ਹੋਏ। ਗੁਰੂ ਸਾਹਿਬ ਜੀ ਵੀ ਬੜੇ ਪ੍ਰਸੰਨ ਹੋਏ ਕਿ ਇਹ ਸਾਧੂ ਸੰਤ ਵਿਭੂਤੀ ਸਵਾਹ ਮਲ ਕੇ ਸਾਰੇ ਪਿੰਡੇ 'ਤੇ ਸਵਾਹ ਮਲ ਕੇ ਰੱਖਦਾ ਸੀ ਕਿਰਪਾਲ ਦਾਸ। ਸੋਟੇ ਦੇ ਨਾਲ ਹਯਾਤ ਖਾਂ ਦਾ ਸਿਰ ਫੇਰ ਦਿੱਤਾ। ਇਸੇ ਤਰ੍ਹਾਂ ਇੱਕ ਸਿੱਖ ਹਲਵਾਈ ਸਿੱਖ ਸੀ ਤੇ ਕਿਹਾ, ਮਹਾਰਾਜ ਮੈਨੂੰ ਵੀ ਆਗਿਆ ਦਿਓ, ਮੈਂ ਵੀ ਜੰਗ ਯੁੱਧ ਕਰਾਂ। ਕਿਹਾ, ਸ਼ਸਤਰ ਚਲਾਉਣਾ ਜਾਣਦਾ ਹੈ? ਮਹਾਰਾਜ ਸ਼ਸਤਰ ਤਾਂ ਨਹੀਂ ਚਲਾਇਆ, ਮੈਂ ਕੜਛਾ ਚਲਾਇਆ। ਹਲਵਾਈ ਸੀ, ਕੜਛਾ ਚਲਾਉਣਾ ਜਾਣਦਾ, ਸ਼ਸਤਰ ਚਲਾਉਣਾ ਨਹੀਂ ਜਾਣਦਾ। ਤੇਰੇ ਕੋਲ ਸ਼ਸਤਰ ਹੈ, ਕਿਰਪਾਨ ਹੈ? ਨਹੀਂ ਮਹਾਰਾਜ, ਦੇ ਦਿਓ, ਕਿਰਪਾ ਕਰੋ। ਮਹਾਰਾਜ ਨੇ ਸਿੱਖਾਂ ਨੂੰ ਕਹਿ ਕੇ ਇੱਕ ਢਾਲ ਤੇ ਤਲਵਾਰ ਦਬਾ ਦਿੱਤੀ। ਢਾਲ ਤਲਵਾਰ। ਫਿਰ ਉਹ ਹਲਵਾਈ ਸਿੱਖ ਕਹਿਣ ਲੱਗਿਆ, ਮਹਾਰਾਜ
ਕਿਹੜੇ ਹੱਥ ਵਿੱਚ ਤਲਵਾਰ ਫੜਾਂ ਤੇ ਕਿਹੜੇ ਹੱਥ ਵਿੱਚ ਢਾਲ ਫੜਾਂ। ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ ਮੁਸਕਰਾਏ ਕਿ ਜਦੋਂ ਤੈਨੂੰ ਪਤਾ ਹੀ ਨਹੀਂ ਕਿ ਕਿਰਪਾਨ ਕਿਹੜੇ ਹੱਥ ਵਿੱਚ ਫੜੀ ਦੀ ਹੈ ਤੇ ਢਾਲ ਕਿਹੜੇ ਹੱਥ ਵਿੱਚ ਫੜੀ ਦੀ ਹੈ, ਤੂੰ ਲੜੇਂਗਾ ਕਿਵੇਂ ਜੰਗ ਕਰੇਂਗਾ। ਮਹਾਰਾਜ ਮੈਨੂੰ ਦੱਸ ਤਾਂ ਦਿਓ ਕਿਹੜੇ ਹੱਥ ਵਿੱਚ ਕਿਰਪਾਨ ਫੜਾਂ ਤੇ ਕਿਹੜੇ ਹੱਥ ਵਿੱਚ ਢਾਲ ਫੜਾਂ। ਕਿਆ ਖੱਬੇ ਹੱਥ ਨਾਲ ਢਾਲ ਫੜ, ਸੱਜੇ ਹੱਥ ਵਿੱਚ ਕਿਰਪਾਨ ਫੜ। ਉਹ ਹਲਵਾਈ ਸਿੱਖ ਨੇ ਕਈ ਤੁਰਕਾਂ ਦੇ ਸਿਰ ਵੱਢ ਕੇ ਲਾ ਦਿੱਤੇ ਰਣ ਭੂਮੀ ਵਿੱਚ। ਉਹ ਹਲਵਾਈ ਸਿੱਖ ਜੋ ਕੜਛਾ ਚਲਾਉਣ ਵਾਲਾ ਤਲਵਾਰ ਚਲਾਉਣ ਵਿੱਚ ਕਾਮਯਾਬ ਹੋ ਗਿਆ। ਸੋ ਇਸ ਤਰ੍ਹਾਂ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹਨ, ਬਾਬਕ ਰਬਾਬੀ ਨੂੰ ਵੀ ਉਹਦੀ ਇਸਤਰੀ ਨੂੰ ਮਾਤਾ ਨਾਨਕੀ ਜੀ ਨੇ ਗਹਿਣੇ ਬਖਸ਼ ਦਿੱਤੇ। ਜਬਰ ਜਵਾਹਰ ਜਰੇ ਜਿਨ ਬਰ ਦਿਪੈ ਉਜਾਲਾ। ਬਹੁਤ ਕੀਮਤੀ ਦਮਕਣ ਵਾਲੇ ਹੀਰੇ ਜਵਾਹਰਾਤ ਜਿਨ੍ਹਾਂ ਦੀ ਸ਼ੋਭਾ ਬੜੀ ਹੈ। ਲੈ ਕਰ ਸੁਜਸ ਬਖਾਨ ਤੇ ਉਰ ਮੋਦ ਉਪਾਏ। ਉਹ ਸਾਰੇ ਬਾਬਕ ਦੀ ਇਸਤਰੀ ਪੈਂਦੇ ਖਾਂ ਦੀ ਇਸਤਰੀ ਉਹ ਗਹਿਣੇ ਲੈ ਕੇ ਗੁਰੂ ਜਸ ਮਾਤਾ ਨਾਨਕੀ ਜੀ ਦੀ ਉਸਤਤ ਕਰਦੇ ਹੋਏ ਚਲੇ ਗਏ। ਲਾਖੋ ਕੀਮਤ ਜਿਨੋ ਕੀ ਨਿਜ ਤਨ ਪਹਿਰਾਏ। ਔਰ ਲੱਖਾਂ ਰੁਪਏ ਕੀਮਤ ਹੈ ਜਿਨ੍ਹਾਂ ਗਹਿਣਿਆਂ ਦੀ ਉਹ ਸਰੀਰ ਵਿੱਚ ਪਾ ਕੇ ਪ੍ਰਸੰਨ ਹੋਈਆਂ। ਇਸ ਪ੍ਰਕਾਰ ਕਰਤਾਰਪੁਰ ਕੇ ਤਕ ਦਿਨ ਟਾਰੇ। ਕਵੀ ਜੀ ਕਹਿ ਰਹੇ ਨੇ ਇਸ ਪ੍ਰਕਾਰ ਕਰਤਾਰਪੁਰ ਸਾਹਿਬ ਵਿਖੇ ਕਿਤਨੇ ਦਿਨ ਰਹਿ ਕੇ ਬਤੀਤ ਕੀਤੇ। ਸੁਨ ਸੁਨ ਆਵੈ ਸੰਗਤਾ ਚੋਂ ਦਿਸਨ ਨਿਹਾਰੇ। ਚਾਰ ਚੁਫੇਰਿਓਂ ਸੰਗਤਾਂ ਆਉਂਦੀਆਂ ਹਨ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ। ਮਨੋ ਕਾਮਨਾ ਪਾਏ ਕਰ ਗਨ ਭੇਟ ਚੜਾਵੈ। ਔਰ ਭੇਟਾਵਾਂ ਚੜਾਉਂਦੀਆਂ ਹਨ, ਮਨ ਬਾਸ਼ਤ ਫਲ ਪਾਉਂਦੀਆਂ ਹਨ ਸੰਗਤਾਂ। ਦੇਸ ਵਿਦੇਸਨ ਸਿੱਖ ਬਹੁ ਪੁਰ ਬਨ ਦਰਸਾਵੈ। ਔਰ ਦੇਸਾਂ ਵਿਦੇਸਾਂ ਨਗਰਾਂ ਪਿੰਡਾਂ ਚੋਂ ਬਹੁਤ ਸੰਗਤਾਂ ਆਉਂਦੀਆਂ ਹਨ, ਗੁਰੂ ਮਹਾਰਾਜ ਦੇ ਦਰਸ਼ਨ ਪਰਸਨ ਕਰਕੇ ਮਨ ਬਾਸ਼ਤ ਫਲ ਪਾਉਂਦੀਆਂ ਹਨ। ਸਭ ਦਿਸ ਵਿਖੈ ਮਸੰਦ ਗਨ ਆਨੈ ਗੁਰਕਾਰਾ। ਸਾਰੇ ਦਿਸ਼ਾਵਾਂ ਤੋਂ ਜਿੱਥੇ ਜਿੱਥੇ ਮਸੰਦ ਭੇਜੇ ਹਨ, ਮਸੰਦ ਗੁਰੂ ਕੀ ਦਸਵੰਧ ਦੀ ਕਾਰ ਭੇਟਾ ਲੈ ਕੇ ਆਉਂਦੇ ਹਨ। ਲੱਖੋ ਧਨ ਕੋ ਅਰਬ ਤੇ ਸਤਿਗੁਰ ਦਰਬਾਰਾ। ਲੱਖਾਂ ਰੁਪਏ ਧਨ ਅਰਪਣ ਕਰਦੇ ਹਨ ਮਸੰਦ ਦਸਵੰਧ ਦੀ ਭੇਟਾ ਲਿਆ ਕੇ ਸਤਿਗੁਰਾਂ ਦੇ ਦਰਬਾਰ ਵਿੱਚ। ਤਿਮਹੀ ਖਰਚ ਵਿਸਾਲ ਹੋਵੈ ਗੁਰ ਦੇਗ ਚਲਾਵੈ। ਇਸੇ ਪ੍ਰਕਾਰ ਜਿਵੇਂ ਆਮਦ ਹੈ ਤਿਵੇਂ ਖਰਚ ਵੀ ਹੈ ਗੁਰੂ ਘਰ ਵਿੱਚ। ਸੁਭਟਨ ਕੋ ਦੇ ਚਾਕਰੀ ਸਿਰ ਪਾਉ ਦਿਵਾਵੈ। ਸਤਿਗੁਰੂ ਮਹਾਰਾਜ ਸੂਰਮਿਆਂ ਨੂੰ ਚਾਕਰੀ ਵੀ ਦਿੰਦੇ ਹਨ, ਸਿਰੋਂ ਪਾਉ ਵੀ ਬਖਸ਼ਿਸ਼ ਕਰਦੇ ਹਨ। ਦੋਹਰਾ ਇਸ ਬਿਦ ਗੁਰ ਕਰਕੇ ਖਰਚ ਨਿਤ ਪ੍ਰਤ ਹੋਤ ਵਿਸਾਲ। ਇਤਿਹਾਸ ਸੰਪੂਰਨ ਕਰਦੇ ਹੋਏ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਖੀਰਲੀਆਂ ਤੁਕਾਂ ਵਿੱਚ ਉਚਾਰਨ ਕਰਦੇ ਹਨ, ਇਸ ਪ੍ਰਕਾਰ ਗੁਰੂ ਘਰ ਵਿੱਚ ਆਮਦ ਖਰਚ ਨਿਤਾ ਪ੍ਰਤੀ ਹੁੰਦਾ ਰਹਿੰਦਾ ਹੈ। ਤਿਮਹੀ ਆਵਤ ਦਰਬ ਬਹੁ ਪੂਰਹ ਗੁਰੂ ਕਿਰਪਾਲ। ਜਿੰਨਾ ਖਰਚ ਹੈ ਉਨਾ ਆਮਦਨ ਵੀ ਹੈ। ਸੰਗਤਾਂ ਭੇਟਾਵਾਂ ਵੀ ਅਰਪਣ ਕਰਦੀਆਂ ਹਨ। ਸੋ ਸਾਧ ਸੰਗਤ ਜੀ ਇੱਥੇ ਇਤਿਹਾਸ ਸੰਪੂਰਨ ਹੋਇਆ, ਸਮਾਂ ਵੀ ਸਮਾਪਤ ਹੈ। ਆਓ 2 ਮਿੰਟ ਵਾਹਿਗੁਰੂ ਮੰਤਰ ਦੀ ਹਾਜ਼ਰੀ ਲਾ ਕੇ ਉਪਰੰਤ ਸਮਾਪਤੀ ਕਰਾਂਗੇ। ਕੋਈ ਰਸਨਾ ਖਾਲੀ ਨਾ ਰਹੇ। ਉਠਤ ਬੈਠਤ ਸੋਬਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਤੁਰਦਿਆਂ ਫਿਰਦਿਆਂ ਉਠਤ ਬੈਠਤ ਸੋਬਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸੋ ਰਸਨਾ ਪਵਿੱਤਰ ਕਰੀਏ। ਵਾਹਿਗੁਰੂ 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 ਵਾਹਿਗੁਰੂ
ਹਰ ਹਰ ਨਾਮ ਜਪੰਤਿਆ ਕਛ ਨ ਕਹੈ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਇਸ ਬਿਦ ਗੁਰ ਕਰ ਕੇ ਖਰਚ ਨਿਤ ਪ੍ਰਤ ਹੋਤ ਵਿਸਾਲ ਤਿਮਹੀ ਆਵਤ ਦਰਬ ਬਹੁ ਪੂਰਾ ਗੁਰੂ ਕਿਰਪਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।